देश ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਕੀਤੀਆਂ, ਪਰ ਤੁਹਾਡਾ ਅਜਿਹਾ ਕੀ ਹੋਇਆ ਕਿ ਤੁਹਾਨੂੰ ਮੀਡੀਆ ਦੇ ਸਾਹਮਣੇ ਆਉਣਾ ਪਿਆ? ਇਹਨਾਂ ਪਰਿਵਾਰਾਂ ਨੂੰ ਸੰਭਾਲਣਾ ਸਮੇਂ ਦੀਆਂ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਸੀ, ਜਿਹਦੇ ਤੋਂ ਕਿ ਸਾਰੀਆਂ ਸਰਕਾਰਾਂ ਨੇ ਜਿਹੜੀਆਂ ਉਹ ਭੱਜੀਆਂ ਨੇ। ਕਿਸੇ ਵੀ ਸਰਕਾਰ ਨੇ ਫਰੀडम ਫਾਈਟਰ ਪਰਿਵਾਰਾਂ ਦੀ ਜਿਹੜੀ ਬਾਂਹ ਫੜਨ ਦੀ ਕੋਸ਼ਿਸ਼ ਨਹੀਂ ਕੀਤੀ। ਕੋਈ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਰੈਂਕ ਦੇ ਉੱਤੇ ਜਾਂ ਵਿਧਾਇਕ ਕੋਈ ਫਰੀडम ਫਾਈਟਰਾਂ ਦੇ ਕੋਟੇ 'ਚ ਹੋਏਗਾ ਜਾਂ ਕੋਈ ਅਹੁਦੇਦਾਰ ਹੋਏਗਾ, ਉਹਨਾਂ ਨੇ ਤੁਹਾਡੀ ਆਵਾਜ਼ ਨਹੀਂ ਉਠਾਈ? ਬੜੀ ਤਰਾਸਦੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾ ਰਹੀ ਹੈ। ਜਿਸ ਤਰ੍ਹਾਂ ਤੁਸੀਂ ਅੱਜ ਦੇਖ ਰਹੇ ਹੋ ਕਿ ਦਿੱਲੀ ਦੇ ਵਿੱਚ ਰੌਲਾ ਪਾ ਰਿਹਾ ਹੈ, ਸਾਰੀ ਵਿਧਾਨ ਸਭਾ ਦੇ ਐਮਐਲਏ ਜਾ ਕੇ ਰੌਲਾ ਪਾ ਰਹੇ ਨੇ ਕਿ ਸਾਡੇ ਜਿਹੜਾ ਭਾਈਚਾਰਾ ਉਹਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਸੁਤੰਤਰਤਾ ਸੰਗਰਾਮੀਆਂ ਦੀ ਕੋਈ ਰਿਜ਼ਰਵੇਸ਼ਨ ਹੀ ਨਹੀਂ ਹੈ। ਤੇ ਬੜੀ ਦੁੱਖ ਦੀ ਗੱਲ ਹੈ, ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਕੋਈ ਰਿਜ਼ਰਵੇਸ਼ਨ ਨਹੀਂ ਹੈ, ਜਿਹਦੇ ਲਈ ਆਵਾਜ਼ ਪਹੁੰਚਾਉਣੀ ਜਿਹੜੀ ਔਖੀ ਹੈ। ਇੱਥੇ ਤੱਕ ਤੁਸੀਂ ਮੰਗਾਂ ਦੀ ਗੱਲ ਕਰਦੇ ਹੋ, ਮੰਗਾਂ ਨੇ ਜਿਹੜੀਆਂ ਕੋਈ ਇਹ ਸਾਡੀ ਮਤਲਬ ਆਪਣੇ ਤੌਰ 'ਤੇ ਨਹੀਂ ਬਣਾਈਆਂ ਗਈਆਂ, ਉਹ ਇਹਨਾਂ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਔਰ ਇਹਨਾਂ ਨੂੰ ਜੋ ਜੀਵਨ ਹੈ ਬਤੀਤ ਕਰਨ ਦੇ ਲਈ ਜੋ ਸੁੱਖ ਸਹੂਲਤਾਂ ਚਾਹੀਦੀਆਂ ਨੇ, ਉਹਨਾਂ ਦੇ ਲਈ ਹੀ ਮੰਗ ਕੀਤੀ ਗਈ ਹੈ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਗੁਰਤੇਜ ਸਿੰਘ ਥੂਹੀ। ਅੱਜ ਗੱਲ ਕਰਾਂਗੇ ਜਿਨ੍ਹਾਂ ਦੀ ਬਦੌਲਤ ਇਸ ਆਜ਼ਾਦੀ ਦਾ ਆਪਾਂ ਨਿੱਘ ਮਾਣ ਰਹੇ ਹਾਂ, ਉਹਨਾਂ ਪਰਿਵਾਰਾਂ ਦੀ, ਜਿਨ੍ਹਾਂ ਦੇ ਬਜ਼ੁਰਗਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਘੋਲਾਂ ਦੇ ਵਿੱਚ ਹਿੱਸਾ ਲਿਆ, ਜੇਲ੍ਹਾਂ ਕੱਟੀਆਂ, ਕੁਰਬਾਨੀਆਂ ਕੀਤੀਆਂ, ਪਰ ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣ ਦੇ ਵਿੱਚ, ਬੁਨਿਆਦੀ ਸਹੂਲਤਾਂ ਦੇਣ ਦੇ ਵਿੱਚ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ, ਕਿਉਂਕਿ ਸਰਕਾਰਾਂ ਨੇ ਜਿਹੜੀਆਂ ਇੱਕ ਮਾਂ-ਬਾਪ ਦੀ ਤਰ੍ਹਾਂ ਹੁੰਦੀਆਂ ਨੇ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਬਜ਼ੁਰਗਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ, ਜਿਸ ਕਰਕੇ ਉਹ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਵੀ ਮੈਂ ਕਹਿ ਸਕਦਾ ਕਿ ਪਛੜ ਜਾਂਦੇ ਨੇ, ਪਰੰਤੂ ਸਰਕਾਰਾਂ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਤਾਂ ਕਿ ਜੋ ਉਹ ਗੈਪ ਹੈ ਇੱਕ ਆਰਥਿਕ ਤੌਰ ਤੇ ਜਿਹੜਾ ਖੱਪਾ ਹੈ ਉਹ ਭਰਿਆ ਜਾਵੇ, ਤਾਂ ਕਿ ਉਹਨਾਂ ਦੇ ਪਰਿਵਾਰ ਨੇ ਜਿਹੜੇ ਬਣਦੀਆਂ ਸਹੂਲਤਾਂ ਨੇ ਜਿਹੜੀਆਂ ਉਹਦੇ ਨਾਲ ਸਮਾਜ ਦੇ ਬਰਾਬਰ ਆਪਣਾ ਜੀਵਨ ਪੱਧਰ ਹੈ ਉਹਨੂੰ ਬਸਰ ਕਰ ਸਕਣ। ਸੋ ਸਾਡੇ ਨਾਲ ਅੱਜ ਫਰੀडम ਫਾਈਟਰ ਉੱਤਰਾਧਿਕਾਰੀ ਤਾਲਮੇਲ ਕਮੇਟੀ ਪੰਜਾਬ ਦੇ ਕਨਵੀਨਰ ਪ੍ਰਕਾਸ਼ ਧਾਲੀਵਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਧਾਲੀਵਾਲ ਜੀ, ਸਭ ਤੋਂ ਪਹਿਲਾਂ ਤੁਹਾਡਾ D5 ਚੈਨਲ ਪੰਜਾਬੀ 'ਤੇ ਸਵਾਗਤ ਹੈ। ਧੰਨਵਾਦ ਜੀ, ਬਹੁਤ ਬਹੁਤ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਨੂੰ ਅੱਜ ਤੁਹਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਕੀਤੀਆਂ, ਪਰ ਤੁਹਾਡਾ ਅਜਿਹਾ ਕੀ ਹੋਇਆ ਕਿ ਤੁਹਾਨੂੰ ਮੀਡੀਆ ਦੇ ਸਾਹਮਣੇ ਆਉਣਾ ਪਿਆ? ਇਹਦਾ ਕਾਰਨ ਕੀ ਹੈ? ਗੁਰਤੇਜ ਜੀ, ਪਿਛਲੇ 15-20 ਸਾਲਾਂ ਤੋਂ ਇਹ ਪਰਿਵਾਰ ਨੇ ਜਿਹੜੇ ਦੇਸ਼ ਭਗਤ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਵੱਖ-ਵੱਖ ਘੋਲਾਂ ਦੇ ਵਿੱਚ ਯੋਗਦਾਨ ਪਾਇਆ, ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ, ਆਪਣੀਆਂ ਜਾਇਦਾਦਾਂ ਗਵਾਈਆਂ, ਆਪਣੇ ਪਰਿਵਾਰ ਗਵਾਏ, ਔਰ ਇਹਨਾਂ ਪਰਿਵਾਰਾਂ ਨੇ ਦੇਸ਼ ਨੂੰ ਆਜ਼ਾਦ ਕਰਵਾ ਕੇ ਇੱਕ ਦੇਸ਼ ਦੀ ਨਵੀਂ ਨੀਂਹ ਰੱਖੀ। ਸੋ ਇਹਨਾਂ ਪਰਿਵਾਰਾਂ ਨੂੰ ਸੰਭਾਲਣਾ ਸਮੇਂ ਦੀਆਂ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਸੀ, ਜਿਹਦੇ ਤੋਂ ਕਿ ਸਾਰੀਆਂ ਸਰਕਾਰਾਂ ਨੇ ਜਿਹੜੀਆਂ ਉਹ ਭੱਜੀਆਂ ਨੇ। ਕਿਸੇ ਵੀ ਸਰਕਾਰ ਨੇ ਫਰੀडम ਫਾਈਟਰ ਪਰਿਵਾਰਾਂ ਦੀ ਜਿਹੜੀ ਬਾਂਹ ਫੜਨ ਦੀ ਕੋਸ਼ਿਸ਼ ਨਹੀਂ ਕੀਤੀ। ਸਾਰੇ ਹੀ ਜਿਹੜੀਆਂ ਸਰਕਾਰਾਂ ਨੇ, ਜਿੰਨੀਆਂ ਵੀ ਨੇ, ਚਾਹੇ ਉਹ ਅਕਾਲੀ BJP ਸਰਕਾਰ ਹੈ ਪਿਛਲੇ 10 ਸਾਲ ਤੋਂ, ਜਾਂ ਹੁਣ ਕਾਂਗਰਸ ਦੀ ਸਰਕਾਰ ਹੈ, ਜਾਂ ਇਦੋਂ ਪਿਛਲੀਆਂ ਵੀ ਜੋ ਸਰਕਾਰਾਂ ਨੇ, ਉਹਨਾਂ ਨੇ ਸੁਤੰਤਰਤਾ ਸੰਗਰਾਮੀਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਸਮਾਜ ਦੇ ਵਿੱਚ ਰਹਿਣ ਦੇ ਲਈ ਜੋ ਵੀ ਸੁੱਖ ਸਹੂਲਤਾਂ ਹੁੰਦੀਆਂ ਨੇ ਉਹ ਦੇਣ ਦੇ ਲਈ ਟੋਟਲੀ ਤੌਰ ਤੇ ਫੇਲ ਸਾਬਤ ਹੋਈਆਂ ਨੇ। ਨਹੀਂ, ਪੰਜਾਬ ਸਰਕਾਰ ਦੀ ਜੇਕਰ ਅਕਾਲੀ ਭਾਜਪਾ ਦੀ ਗੱਲ ਕਰੀਏ ਤਾਂ, ਜਾਂ ਕਾਂਗਰਸ ਸਰਕਾਰ ਦੀ, ਕੋਈ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਰੈਂਕ ਦੇ ਉੱਤੇ ਜਾਂ ਵਿਧਾਇਕ ਕੋਈ ਫਰੀडम ਫਾਈਟਰਾਂ ਦੇ ਕੋਟੇ 'ਚ ਹੋਏਗਾ ਜਾਂ ਕੋਈ ਅਹੁਦੇਦਾਰ ਹੋਏਗਾ, ਉਹਨਾਂ ਨੇ ਤੁਹਾਡੀ ਆਵਾਜ਼ ਨਹੀਂ ਉਠਾਈ? ਬੜੀ ਤਰਾਸਦੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾ ਰਹੀ ਹੈ। ਜਿਸ ਤਰ੍ਹਾਂ ਤੁਸੀਂ ਅੱਜ ਦੇਖ ਰਹੇ ਹੋ ਕਿ ਦਿੱਲੀ ਦੇ ਵਿੱਚ ਰੌਲਾ ਪਾ ਰਿਹਾ ਹੈ, ਸਾਰੀ ਵਿਧਾਨ ਸਭਾ ਦੇ ਐਮਐਲਏ ਜਾ ਕੇ ਰੌਲਾ ਪਾ ਰਹੇ ਨੇ ਕਿ ਸਾਡੇ ਜਿਹੜਾ ਭਾਈਚਾਰਾ ਉਹਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਸੁਤੰਤਰਤਾ ਸੰਗਰਾਮੀਆਂ ਦੀ ਕੋਈ ਰਿਜ਼ਰਵੇਸ਼ਨ ਹੀ ਨਹੀਂ ਹੈ। ਸੁਤੰਤਰਤਾ ਸੰਗਰਾਮੀਆਂ ਨੂੰ ਨਾ ਕੋਈ ਪੰਚਾਇਤ ਮੈਂਬਰ ਦੇ ਵਿੱਚ ਰਿਜ਼ਰਵੇਸ਼ਨ ਹੈ, ਨਾ ਕੋਈ ਵਿਧਾਨ ਸਭਾ ਦੇ, ਨਾ MC ਦੇ, ਨਾ ਕਿਸੇ ਬੋਰਡ ਦੇ ਵਿੱਚ, ਨਾ ਕਿਤੇ ਹੋਰ।
ਸੋ ਇਸੇ ਕਾਰਨ ਜਿਹੜੀ ਸਾਡੀ ਆਵਾਜ਼ ਹੈ ਉਹ ਸਰਕਾਰ ਤੱਕ ਨਹੀਂ ਪਹੁੰਚਦੀ। ਹਰ ਵਰਗ ਦਾ ਇੱਕ ਜੋ ਭਲਾਈ ਬੋਰਡ ਹੈ ਉਹ ਬਣਿਆ ਹੋਇਆ ਹੈ, ਕਾਰਪੋਰੇਸ਼ਨ ਬਣੀਆਂ ਹੋਈਆਂ ਨੇ, ਉਹਨਾਂ ਦੇ ਸੁਧਾਰਾਂ ਦੇ ਲਈ ਬਣੀਆਂ ਹੋਈਆਂ ਨੇ, ਪਰੰਤੂ ਫਰੀडम ਫਾਈਟਰ ਦਾ ਕੋਈ ਵੀ ਅਜਿਹਾ ਨਹੀਂ ਹੈਗਾ। ਜਿੱਥੇ ਤੱਕ ਗੱਲ ਤੁਸੀਂ ਕਰਦੇ ਹੋ ਸਾਡਾ ਨੁਮਾਇੰਦਾ ਹੋਣ ਦੀ, ਸਾਡੇ ਨੁਮਾਇੰਦੇ ਬੀਬੀ ਰਜਿੰਦਰ ਕੌਰ ਭੱਠਲ ਸੁਤੰਤਰਤਾ ਸੰਗਰਾਮੀ ਪਰਿਵਾਰ ਦੇ ਵਿੱਚੋਂ ਹੈ। ਨਵਜੋਤ ਸਿੱਧੂ ਜਿਹੜਾ ਕਿ ਤੁਸੀਂ ਸੁਣਿਆ ਹੋਣਾ ਬਾਰ-ਬਾਰ ਜਿਹੜਾ ਕਹਿ ਰਹੇ ਆ ਕਿ ਮੇਰੇ ਪਿਤਾ ਜੀ ਸੁਤੰਤਰਤਾ ਸੈਨਾਨੀ ਸੀ, ਇਹ ਦੋਨੇ ਫਿਲਹਾਲ ਸਾਡੇ ਧਿਆਨ ਦੇ ਵਿੱਚ ਹੈਗਾ ਕਿ ਇਹ ਫਰੀडम ਫਾਈਟਰ ਪਰਿਵਾਰਾਂ ਦੇ ਵਿੱਚੋਂ ਹਨ। ਪਰ ਇਹਨਾਂ ਨੇ ਵੀ ਕਿਸੇ ਨੇ ਵੀ, ਨਾ ਮੈਡਮ ਭੱਠਲ ਨੇ ਨਾ ਨਵਜੋਤ ਸਿੱਧੂ ਨੇ ਹਾਲੇ ਤੱਕ ਕਿਤੇ ਪੰਜਾਬ ਦੇ ਵਿੱਚ ਫਰੀडम ਫਾਈਟਰ ਪਰਿਵਾਰਾਂ ਨੂੰ ਉਹਨਾਂ ਦੀਆਂ ਆਰਥਿਕ ਹਾਲਤ ਸੁਧਾਰਨ ਦੇ ਲਈ ਕੋਈ ਵੀ ਇਹੋ ਜਿਹਾ ਉਪਰਾਲਾ ਜਿਹੜਾ ਹੁਣ ਤੱਕ ਨਹੀਂ ਕਰਿਆ। ਬਾਰ-ਬਾਰ ਇਹਨਾਂ ਨੂੰ ਸਾਰਿਆਂ ਨੂੰ ਮੰਗ ਪੱਤਰ ਜਾਂ ਅਪਰੋਚ ਹੈ ਜਿਹੜੀ ਉਹ ਜਥੇਬੰਦੀਆਂ ਵੱਲੋਂ ਕੀਤੀ ਗਈ ਹੈ। ਕਿਹੜੀਆਂ ਮੰਗਾਂ ਨੇ ਜਿਹੜੀਆਂ ਵੈਸੇ ਤਾਂ ਸਰਕਾਰ ਨੂੰ ਖੁਦ ਇੱਕ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਕਿ ਸਰਕਾਰ ਦੇ ਵਿੱਚ ਰਾਜਨੀਤੀ ਦੇ ਵਿੱਚ ਕੋਈ ਰਿਜ਼ਰਵੇਸ਼ਨ ਨਹੀਂ ਹੈ ਫਰੀडम ਫਾਈਟਰ ਦੇ ਪਰਿਵਾਰਾਂ ਦੀ, ਤੇ ਬੜੀ ਦੁੱਖ ਦੀ ਗੱਲ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਕੋਈ ਰਿਜ਼ਰਵੇਸ਼ਨ ਨਹੀਂ ਹੈ ਜਿਹਦੇ ਲਈ ਆਵਾਜ਼ ਪਹੁੰਚਾਉਣੀ ਜਿਹੜੀ ਔਖੀ ਹੈ। ਸੈਕੰਡਲੀ ਉਹ ਕਿਹੜੀਆਂ ਸਮੱਸਿਆਵਾਂ ਨੇ ਜਿਨ੍ਹਾਂ ਨਾਲ ਤੁਸੀਂ ਜੂਝ ਰਹੇ ਹੋ, ਤੁਹਾਡੇ ਪਰਿਵਾਰ ਨੇ ਜਿਹੜੇ ਉਹ ਸਮੱਸਿਆਵਾਂ ਨਾਲ ਜੂਝ ਰਹੇ ਹੋ, ਸਰਕਾਰ ਨੂੰ ਤੁਸੀਂ ਕਦੇ ਧਿਆਨ 'ਚ ਨਹੀਂ ਲਿਆਂਦਾ, ਤੇ ਲਿਆਂਦਾ ਕਿਹੜੇ ਮੰਤਰੀ ਦੇ ਕਿਹੜੇ ਅਧਿਕਾਰੀਆਂ ਦੇ ਲਿਆਂਦੇ ਤੇ ਕਦੋਂ ਤੋਂ, ਉਹ ਵੀ ਦੱਸੋ। ਜਿੱਥੇ ਤੱਕ ਧਿਆਨ 'ਚ ਲਿਆਉਣ ਦੀ ਗੱਲ ਹੈ, ਜਿਹੜੀ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਔਰ ਸੁਤੰਤਰਤਾ ਸੰਗਰਾਮੀ ਦਾ ਜੋ ਵਿਭਾਗ ਹੈ, ਵਿਭਾਗ ਦਾ ਸੈਕਟਰੀ ਹੈ ਓਪੀ ਸੋਨੀ ਸਾਡੇ ਮਾਨਯੋਗ ਮੰਤਰੀ ਨੇ, ਕੈਬਨਿਟ ਮੰਤਰੀ, ਉਹਨਾਂ ਕੋਲ ਸਾਡਾ ਵਿਭਾਗ ਹੈ। ਔਰ ਮਾਨਯੋਗ ਜਿਹੜੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਤੱਕ ਸਾਡੇ ਜੋ ਮੈਮੋਰੈਂਡਮ ਨੇ ਉਹ ਗਏ ਹੋਏ ਨੇ। ਕੱਲੀ ਮੰਗ ਦੇ ਉੱਪਰ ਅਸੀਂ ਡਿਸਕਸ਼ਨ ਕੀਤੀ ਹੋਈ ਆ। ਮੰਗਾਂ ਮੰਨਣ ਦਾ ਭਰੋਸਾ ਦਿੱਤਾ ਜਾਂਦਾ ਪਰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਜਾਂਦੇ। ਜਿੱਥੇ ਤੱਕ ਤੁਸੀਂ ਮੰਗਾਂ ਦੀ ਗੱਲ ਕਰਦੇ ਹੋ, ਮੰਗਾਂ ਨੇ ਜਿਹੜੀਆਂ ਕੋਈ ਇਹ ਸਾਡੀ ਮਤਲਬ ਆਪਣੇ ਤੌਰ ਤੇ ਨਹੀਂ ਬਣਾਈਆਂ ਗਈਆਂ, ਉਹ ਇਹਨਾਂ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਔਰ ਇਹਨਾਂ ਨੂੰ ਜੋ ਜੀਵਨ ਹੈ ਬਤੀਤ ਕਰਨ ਦੇ ਲਈ ਜੋ ਸੁੱਖ ਸਹੂਲਤਾਂ ਚਾਹੀਦੀਆਂ ਨੇ ਉਹਨਾਂ ਦੇ ਲਈ ਹੀ ਮੰਗ ਕੀਤੀ ਗਈ ਹੈ। ਸਭ ਤੋਂ ਪਹਿਲਾਂ ਅਸੀਂ ਰੁਜ਼ਗਾਰ ਦੀ ਮੰਗ ਕੀਤੀ। ਸਾਡਾ ਕੋਟਾ 5% ਹੁੰਦਾ ਸੀ ਪਿਛਲੇ ਸਮੇਂ ਦੇ ਦੌਰਾਨ, ਔਰ ਪਿਛਲੇ 10-15 ਸਾਲਾਂ ਤੋਂ ਕੋਟਾ ਘਟਾ ਕੇ ਨੌਕਰੀਆਂ ਦੇ ਵਿੱਚ 1% ਕਰ ਦਿੱਤਾ ਗਿਆ। ਕੋਟਾ ਘਟਾ ਦਿੱਤਾ ਗਿਆ ਜਿਹੜਾ ਕੋਟਾ ਹੈ ਉਹ 5% ਤੋਂ 1% ਕਰ ਦਿੱਤਾ ਗਿਆ। ਕਿਹੜੀ ਸਰਕਾਰ ਨੇ ਕੀਤਾ, ਮੈਂ ਪ੍ਰਕਾਸ਼ ਧਾਲੀਵਾਲ ਜਾਣਨਾ ਚਾਹੂੰਗਾ। ਇਹ ਅਕਾਲੀ ਬੀਜੇਪੀ ਸਰਕਾਰ ਜੋ ਪਿਛਲੇ 10 ਸਾਲਾਂ ਦੇ ਵਿੱਚ ਰਹੀ ਹੈ, ਉਹਨਾਂ ਨੇ ਪਹਿਲਾਂ 2% ਕੀਤਾ, ਹੁਣ ਜਿਹੜਾ 1% ਕੋਟਾ ਜਿਹੜਾ ਨੌਕਰੀਆਂ ਦੇ ਵਿੱਚ ਕੀਤਾ ਗਿਆ, ਜਿਹਦੇ ਕਾਰਨ ਵੱਡੀ ਪੱਧਰ ਤੇ ਫਰੀडम ਫਾਈਟਰ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਉਹ ਬੇਰੁਜ਼ਗਾਰ ਨੇ ਔਰ ਉਹਨਾਂ ਨੂੰ ਰੁਜ਼ਗਾਰ ਹੈ ਜਿਹੜਾ ਮਿਲਣਾ ਮੁਸ਼ਕਿਲ ਹੋਇਆ ਪਿਆ। ਸੋ ਇਸ ਤੋਂ ਬਾਅਦ ਅਸੀਂ ਮੰਗ ਕੀਤੀ ਸੀ ਕਿ ਜਿਹੜੇ ਫਰੀडम ਫਾਈਟਰ ਨੇ ਉਹਨਾਂ ਦੇ ਕੋਲ ਇਸ ਟਾਈਮ ਹਾਲਾਤ ਇਹ ਨੇ ਕਿ ਜਿਹੜੇ ਜਿਉਂਦੇ ਨੇ ਉਹਨਾਂ ਕੋਲ ਢਹਿ ਹੋਏ ਮਕਾਨ ਨੇ ਔਰ ਮਕਾਨ ਦੇ ਲਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਅਸੀਂ ਇਹਨਾਂ ਨੂੰ ਮਕਾਨ ਬਣਾ ਕੇ ਦੇਵਾਂਗੇ। ਪਿਛਲੇ ਸਮੇਂ ਦੇ ਵਿੱਚ ਮਨਪ੍ਰੀਤ ਬਾਦਲ ਨੇ ਵੱਡੇ ਦਾਅਵੇ ਠੋਕੇ ਪਰ ਇੱਕ ਵੀ ਮਕਾਨ ਤੁਸੀਂ ਸਾਬਤ ਕਰ ਦਿਓ ਜੇ ਕਿਸੇ ਫਰੀडम ਫਾਈਟਰ ਨੂੰ ਮਿਲਿਆ ਹੋਵੇ। ਉਸ ਤੋਂ ਇਲਾਵਾ ਉਹਨਾਂ ਨੂੰ ਗੁਜ਼ਾਰੇ ਦੇ ਲਈ ਅਸੀਂ ਬਿਜਲੀ ਦੀ 300 ਯੂਨਿਟ ਮਾਫੀ ਮੰਗੀ ਕਿ ਤੁਸੀਂ ਇਹਨਾਂ ਨੂੰ ਕੋਈ ਬਿਜਲੀ ਦੀ ਜਿਹੜੀ ਮਾਫੀ ਦਿਓ ਤਾਂ ਜੋ ਇਹਨਾਂ ਦਾ ਜੀਵਨ ਹੈ ਜਿਹੜਾ ਸਹੀ ਇਹ ਬਤੀਤ ਕਰ ਸਕਣ। ਪਰ ਸਰਕਾਰ ਨੇ ਜਿਹੜੀ ਉਹਨਾਂ ਨੂੰ ਫਰੀडम ਫਾਈਟਰ ਨੂੰ ਬਿਜਲੀ ਦਿੱਤੀ ਉਹਦੇ ਉੱਤੇ 1 ਕਿਲੋਵਾਟ ਦੀ ਸ਼ਰਤ ਲਾ ਦਿੱਤੀ। ਉਹ ਸਾਨੂੰ ਇਸ ਪਰਿਵਾਰਾਂ ਨੂੰ ਰਿਜ਼ਰਵ ਕੈਟਾਗਰੀ ਦੇ ਨਾਲ ਰਲਾ ਦਿੱਤਾ ਗਿਆ। ਸਾਨੂੰ ਭੀਖ ਦੇ ਤੌਰ ਤੇ ਉਹ 1 ਕਿਲੋਵਾਟ ਦੀ ਸ਼ਰਤ ਲਾ ਕੇ ਬਿਜਲੀ ਦਿੱਤੀ ਗਈ, ਜਿਹਨੂੰ ਕਿ ਅਸੀਂ ਨਕਾਰਦੇ ਹਾਂ ਔਰ ਅਸੀਂ ਮੰਗ ਕਰਦੇ ਹਾਂ ਇਸ ਗੱਲ ਦੀ ਕਿ ਸਾਨੂੰ ਸਨਮਾਨਯੋਗ ਬਿਨਾਂ ਸ਼ਰਤ ਤੋਂ ਬਿਜਲੀ ਸਮੇਤ ਪਰਿਵਾਰਾਂ ਨੂੰ ਦਿੱਤੀ ਜਾਵੇ, ਜਿਸ ਦਾ ਨੋਟੀਫਿਕੇਸ਼ਨ ਸਰਕਾਰ ਨੇ ਔਰ ਸਰਕਾਰੀ ਬਾਬੂਆਂ ਨੇ ਦੱਬਿਆ ਹੋਇਆ ਹੁਣ ਤੱਕ। ਮੈਂ ਇਹ ਤੁਹਾਡੀਆਂ ਮੰਗਾਂ ਤਾਂ ਨਹੀਂ ਕਹੂੰਗਾ, ਤੁਹਾਡੇ ਜਿਹੜੇ ਹੱਕ ਨੇ, ਕਿਉਂਕਿ ਮੰਗਾਂ ਕਹਿਣਾ ਜਾਇਜ਼ ਨਹੀਂ, ਜਿਹੜੇ ਤੁਹਾਡੇ ਹੱਕ ਨੇ ਜੇ ਤੁਹਾਨੂੰ ਨਾ ਦਿੱਤੇ ਗਏ ਕਾਂਗਰਸ ਸਰਕਾਰ ਦੇ ਵੀ ਜਿਹੜੇ 4.5 ਸਾਲ ਨੇ ਜਿਹੜੇ ਲਗਭਗ ਬੀਤ ਚੁੱਕੇ ਨੇ, ਤਾਂ ਅਗਲਾ ਤੁਹਾਡਾ ਜਥੇਬੰਦੀਆਂ ਦਾ ਸਟੈਪ ਕੀ ਹੋਊਗਾ? ਜਥੇਬੰਦੀਆਂ ਪਿਛਲੇ 15 ਸਾਲਾਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ ਨੇ। ਆਉਣ ਵਾਲੇ ਸਮੇਂ 'ਚ ਜੇ ਸਰਕਾਰ ਸਾਡੇ ਬਣਦੇ ਹੱਕਾਂ ਦੇ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਸਾਡੇ ਫਰੀडम ਫਾਈਟਰ ਪਰਿਵਾਰਾਂ ਦੀ ਭਲਾਈ ਦੇ ਲਈ ਕੋਈ ਜਿਹੜੀ ਸੰਸਥਾ ਹੈ ਉਹਦਾ ਕੋਈ ਚੇਅਰਮੈਨ ਨਿਯੁਕਤ ਨਹੀਂ ਕਰਦੀ, ਤਾਂ ਅਸੀਂ ਜਿਹੜਾ ਅਗਲਾ ਸੰਘਰਸ਼ ਹੈ ਉਹ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਸਰਕਾਰ ਦੇ ਖਿਲਾਫ ਵਿੱਢਾਂਗੇ ਔਰ
ਜੇ ਸਾਨੂੰ ਜ਼ਿਆਦਾ ਲੋੜ ਪਈ ਤਾਂ ਵਿਧਾਨ ਸਭਾ ਦੇ ਵਿੱਚ ਵੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਇਹਨਾਂ ਨੂੰ ਇਹ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ, ਇਹਨਾਂ ਦੀ ਚੋਣ ਮੈਨੀਫੈਸਟੋ ਕਮੇਟੀ ਨੇ, ਜਿਹਦੇ ਮੁਖੀ ਮਨਪ੍ਰੀਤ ਬਾਦਲ ਔਰ ਰਜਿੰਦਰ ਕੌਰ ਭੱਠਲ ਸੀ, ਜਿਹਦੇ ਵਿੱਚ ਲਿਖਿਆ ਹੋਇਆ ਕਿ ਫਰੀडम ਫਾਈਟਰਾਂ ਨੂੰ ਅਸੀਂ ਇਹ ਸੁਵਿਧਾਵਾਂ ਦੇਵਾਂਗੇ, ਪਰ ਉਹ ਦੇਣ ਦੇ ਵਿੱਚ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਕੀ ਸਟੈਪ ਹੋਊਗਾ ਅਗਲਾ ਫਿਰ? ਅਗਲਾ ਸਟੈਪ ਸਾਡਾ ਜਿਵੇਂ ਪਹਿਲਾਂ ਅਸੀਂ ਜੋ ਪ੍ਰੋਟੈਸਟ ਕੀਤੇ ਨੇ, ਉਸੇ ਤਰ੍ਹਾਂ ਅਗਲੀਆਂ ਸਾਡੀਆਂ ਜਥੇਬੰਦੀਆਂ ਦੇ ਨਾਲ ਜੋ ਵਿਚਾਰ ਕਰਨ ਉਪਰੰਤ ਅਸੀਂ ਕੋਈ ਵੱਡਾ ਸੰਘਰਸ਼ ਜਾਂ ਕੋਈ ਗੁਪਤ ਐਕਸ਼ਨ ਹੈ ਜਿਹੜਾ ਉਹ ਸਰਕਾਰ ਦੇ ਖਿਲਾਫ ਕਰਾਂਗੇ। ਸੋ ਇਹ ਸੀ ਫਰੀडम ਫਾਈਟਰ ਉੱਤਰਾਧਿਕਾਰੀ ਤਾਲਮੇਲ ਕਮੇਟੀ ਪੰਜਾਬ ਦੇ ਕਨਵੀਨਰ ਪ੍ਰਕਾਸ਼ ਧਾਲੀਵਾਲ। ਬੜੇ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਹਨਾਂ ਪਰਿਵਾਰਾਂ ਦੀਆਂ ਜੋ ਜਾਇਜ਼ ਮੰਗਾਂ ਨੇ ਜਾਂ ਜੋ ਇਹਨਾਂ ਦੇ ਹੱਕ ਨੇ, ਬਣਦੇ ਹੱਕ ਨੇ, ਉਹ ਸਮੇਂ ਦੀਆਂ ਸਰਕਾਰਾਂ ਵੱਲੋਂ ਨਹੀਂ ਦਿੱਤੇ ਜਾ ਰਹੇ। ਇੱਕ ਪਾਸੇ ਪੰਜਾਬ ਦੇ MLA MP ਜਾਂ ਹੋਰ ਜਿਹੜੇ ਲੋਕ ਨੇ ਉਹ ਕਈ ਪੈਨਸ਼ਨਾਂ ਲੈ ਰਹੇ ਨੇ, ਪਰੰਤੂ ਨੂੰ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਜਿਨ੍ਹਾਂ ਦੇ ਪਰਿਵਾਰ ਉਸ ਸਮੇਂ ਕਾਫੀ ਪਛੜ ਗਏ ਆਰਥਿਕ ਤੌਰ 'ਤੇ, ਜਦੋਂ ਉਹਨਾਂ ਨੇ ਦੇਸ਼ ਦੀ ਰੱਖਿਆ ਦੇ ਲਈ ਕੁਰਬਾਨੀਆਂ ਕੀਤੀਆਂ, ਸੋ ਉਹਨਾਂ ਨੂੰ ਬਣਦੇ ਹੱਕ ਜਿਹੜੇ ਨਹੀਂ ਦਿੱਤੇ ਜਾ ਰਹੇ। ਸੋ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਾਡੇ ਹੱਕ ਸਾਨੂੰ ਨਾ ਦਿੱਤੇ, ਨਾ ਜਲਦੀ ਹੀ ਸਰਕਾਰ ਦੇ ਖਿਲਾਫ ਇੱਕ ਜਿਹੜਾ ਵੱਡਾ ਪ੍ਰੋਟੈਸਟ ਹੈ ਉਹ ਕੀਤਾ ਜਾਊਗਾ। ਸੋ D5 ਚੈਨਲ ਪੰਜਾਬੀ ਦੇ ਲਈ ਕੈਮਰਾਮੈਨ ਜਤਿੰਦਰ ਕੁਮਾਰ ਦੇ ਨਾਲ ਮੈਨੂੰ ਗੁਰਤੇਜ ਥੂਈ ਨੂੰ ਦਿਓ ਇਜਾਜ਼ਤ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।